Dear students, now let us continue with spoken English and broken English. So we were at the first paragraph of spoken English and broken English by George Bernard Shaw, G.B. Shaw. We were at the first paragraph. So in the first paragraph, the writer tells us that this particular radio talk is addressed to those people who want to learn English. So पहले विच की है असी कर चुके बेटा that he was that this particular chapter that we are going to read it is a transcript of a radio talk. So basically it was a radio talk. ਇਹ ਉਹਦੀ ਕੀ ਹੈ ਕਿ ਲਿਖਤੀ ਫਾਰਮ ਹੈ ਉਸ ਰੇਡੀਓ ਟਾਕ ਦੀ ਜਿਹੜੀ ਉਹਨੇ ਕਿਹੜੇ ਸਾਲ 'ਚ ਦਿੱਤੀ ਸੀਗੀ ਇਹ ਰੇਡੀਓ ਤੇ ਕਿਹੜੇ ਸਾਲ ਦੇ ਵਿੱਚ ਉਹਨੇ ਭਾਸ਼ਣ ਦਿੱਤਾ ਸੀ 1923. So in the first paragraph it tells us that when he wrote this particular talk, when he wrote this speech, he had those people in mind who are the students of English, who want to learn English. So ਉਹਦੇ ਮੁਤਾਬਿਕ ਕੀ ਹੈਗੇ there are two kinds of learners of English, there are two kinds of students of English. So ਕਿਨਾਂ ਦੀ ਉਹ ਗੱਲ ਕਰ ਰਹੇ ਇਹਦੇ ਵਿੱਚ ਇੱਕ ਤਾਂ ਕਿਹੜੇ ਲੋਕ the ones who are foreign students of English language. Now foreign students ਦਾ ਮਤਲਬ ਹੀ ਕੀ ਹੈ ਜਿਹੜੇ ਕਿ ਇੰਗਲੈਂਡ ਦੇ ਰਹਿਣ ਵਾਲੇ ਨਹੀਂ ਹੈ, ਜਿਹੜੇ ਕਿ ਕਿਸੇ ਹੋਰ ਕੰਟਰੀ ਦੇ ਰਹਿਣ ਵਾਲੇ ਹੈ, ਪਰ ਜਿਹੜੇ ਕਿ those who want to learn English, ਜਿਹੜੇ ਕਿ ਇੰਗਲਿਸ਼ ਸਿੱਖਣਾ ਚਾਹੁੰਦੇ ਹੈ. ਸੋ ਉਹਨਾਂ ਨੂੰ ਉਹਨਾਂ ਬਾਰੇ ਉਹਨਾਂ ਨੂੰ ਇਹਦੇ ਵਿੱਚ ਟਿਪਸ ਦੇ ਰਿਹਾ ਹੈ, ਉਹਨਾਂ ਨੂੰ ਐਡਰੈਸ ਕਰ ਰਿਹਾ ਹੈ ਕਿ ਉਹ ਵਾਲੇ ਲੋਕ ਜਿਹੜੇ ਕਿ who are not the citizens of England, who are not English people but who want to learn English. Why? ਕਿਉਂਕਿ ਉਹ ਹੋ ਸਕਦਾ ਇੰਗਲੈਂਡ ਆਉਣਾ ਚਾਹੁੰਦੇ ਹੋਣ ਜਾਂ ਕਿਸੇ ਕਾਮਨਵੈਲਥ ਕੰਟਰੀ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਾਣਾ ਉਹਨਾਂ ਨੂੰ ਜਾਣ ਦਾ ਮੌਕਾ ਮਿਲਣਾ ਹੋਵੇ and they want to do their best in these countries, so they want to learn English. So ਇੱਕ ਤਾਂ ਉਹ ਇਹਨਾਂ ਲੋਕਾਂ ਦੀ ਗੱਲ ਕਰ ਰਿਹਾ, ਦੂਜੀ ਉਹ ਕਿਹੜੇ ਲੋਕਾਂ ਦੀ ਗੱਲ ਕਰ ਰਿਹਾ ਕਿ ਹੋ ਸਕਦਾ ਹੈ ਕਿ ਕੁਝ ਲੋਕ ਕਿਹੜੇ ਹੋਣ the people who are Englishmen, who are the natives of England, ਜਿਹੜੇ ਕਿ ਇੰਗਲੈਂਡ ਦੇ ਰਹਿਣ ਵਾਲੇ ਹੈ but they are not very confident about their English. They think that they do not speak very good English because they think that they are more adept at or they are more conversant with the dialect of English language. Dialect ਦਾ ਮਤਲਬ ਕੀ ਹੈ ਜਿਹੜੀ ਕਿ ਮਤਲਬ ਕਿਤੋਂ ਦੀ ਵੀ ਖੇਤਰੀ ਭਾਸ਼ਾ ਹੈ. ਉਹਨਾਂ ਨੂੰ ਕਿਉਂ ਉਹਨਾਂ ਨੂੰ ਲੱਗਦਾ ਕਿ ਸਾਡੀ ਅੰਗਰੇਜ਼ ਹੀ ਹੋ ਸਕਦਾ ਉਹ ਵੀ ਅੱਛੀ ਇੰਗਲਿਸ਼ ਸਿੱਖਣਾ ਚਾਹੁੰਦੇ ਹੋਣ ਕਿਉਂਕਿ ਉਹਨਾਂ ਨੂੰ ਕੀ ਲੱਗਦਾ ਕਿ ਉਹ ਇੰਗਲਿਸ਼ ਕਿਹੜੀ ਬੋਲਦੇ ਆ ਜਿਹੜੀ ਕਿ ਉਹਨਾਂ ਦੀ ਖੇਤਰੀ ਜਿਹੜੀ ਉਸ ਖੇਤਰ ਦੀ ਇੰਗਲਿਸ਼ ਹੈ. ਸੋ ਉਹਨਾਂ ਨੂੰ ਕੀ ਲੱਗਦਾ ਕਿ ਵੱਡੇ ਵੱਡੇ ਸ਼ਹਿਰਾਂ ਵਿੱਚ ਸਾਨੂੰ ਵਧੀਆ ਨੌਕਰੀ ਨਹੀਂ ਮਿਲਦੀ ਕਿਉਂਕਿ ਸਾਡੇ ਨਾਲੋਂ ਵਧੀਆ ਲੋਕ ਇੰਗਲਿਸ਼ ਬੋਲਦੇ. ਸੋ ਕਹਿੰਦਾ ਕਿ ਮੇਰੀ ਜਿਹੜੀ ਸਪੀਚ ਹੈ ਇਹਨਾਂ ਲੋਕਾਂ ਦੇ ਵਾਸਤੇ ਹੈ, ਮਤਲਬ ਇਹਨਾਂ ਦੋ ਤਰ੍ਹਾਂ ਦੇ ਲੋਕਾਂ ਵਾਸਤੇ ਹੈ. ਸੋ ਨਾਓ ਵੀ ਕਮ ਬੈਕ ਟੂ ਦਿਸ. ਇਹਦੇ ਵਿੱਚੋਂ ਕੀ ਗੱਲ ਕਰਦਾ ਹੈ ਕਿ ਦੇਰ ਇਜ਼ ਨਾਓ ਵੈਦਰ ਯੂ ਆਰ ਅ ਫੋਰਨਰ ਔਰ ਨੇਟਿਵ, he wants to tell us that there is no such thing as ideally correct English, ਕਿ ਤੁਸੀਂ ਐਵੇਂ correct English ਤੇ ਮਗਰ ਨਾ ਦੌੜੋ ਕਿਉਂਕਿ ਕੋਈ ਵੀ ਇੱਦਾਂ ਦੀ ਇੰਗਲਿਸ਼ ਆਪਾਂ ਕਹਿ ਹੀ ਨਹੀਂ ਸਕਦੇ ਕਿ somebody knows correct English. ਕਿਉਂ ਕਹਿੰਦਾ ਹੈਗਾ ਇੱਦਾਂ ਕਿਉਂਕਿ ਉਹਦੇ ਮੁਤਾਬਿਕ ਹਰ ਕੋਈ ਦੇ ਵਿੱਚ ਇੰਗਲਿਸ਼ ਦੇ ਵਿੱਚ ਲਹਿਜਾ ਕਿੱਥੋਂ ਦਾ ਆ ਜਾਂਦਾ ਹੈ ਜਿੱਥੇ ਤੁਹਾਡਾ ਜਨਮ ਹੋਇਆ ਹੁੰਦਾ ਹੈ ਜਾਂ ਜਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਜਾਂ ਜਿੱਥੇ ਤੁਹਾਡਾ ਬਚਪਨ ਬੀਤਿਆ ਹੁੰਦਾ ਹੈ ਤੁਹਾਡਾ ਉਹ ਵਾਲਾ ਲਹਿਜਾ ਇੰਗਲਿਸ਼ ਦੇ ਵਿੱਚ ਆ ਹੀ ਜਾਂਦਾ ਹੈ. ਸੋ ਕਹਿੰਦਾ ਇਸ ਕਰਕੇ ਇਸ ਭੁਲੇਖੇ 'ਚ ਨਾ ਰਹੋ ਕਿ ਸਾਨੂੰ ਆਈਡੀਅਲੀ ਕਰੈਕਟ ਇੰਗਲਿਸ਼ ਨਹੀਂ ਆਉਂਦੀ ਕਿਉਂਕਿ ਇੱਦਾਂ ਦੀ ਤਾਂ ਕੋਈ ਚੀਜ਼ ਹੀ ਨਹੀਂ ਹੈ. ਫਿਰ ਉਹ ਐਗਜ਼ਾਮਪਲ ਦੇਗਾ ਕਿਉਂ ਉਹ ਕੀ ਕਹਿਣਾ ਕੀ ਚਾਹੁੰਦਾ ਕਿ ਤੁਸੀਂ ਕਿਸੇ ਤੋਂ ਵੀ ਇੰਗਲਿਸ਼ ਬੁਲਵਾ ਕੇ ਦੇਖ ਲਓ, ਕਿਸੇ ਦੀ ਵੀ ਇੰਗਲਿਸ਼ ਜਿਹੜੀ ਹੈ ਉਹ ਇੱਕੋ ਜਿਹੀ ਨਹੀਂ ਹੁੰਦੀ ਕਿਉਂਕਿ ਉਹਦੇ ਵਿੱਚ ਉਹਦਾ ਕੀ ਆ ਜਾਂਦਾ ਹੈ, ਉਹਦਾ ਐਕਸੈਂਟ ਆ ਜਾਂਦਾ ਜਿੱਥੋਂ ਦੀ ਉਹ ਵਿਅਕਤੀ ਆਇਆ ਹੁੰਦਾ. ਸੋ ਜਿਹਦੇ ਕਰਕੇ ਕੀ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹਦੀ ਇੰਗਲਿਸ਼ ਸਹੀ ਹੈ ਕਿਉਂਕਿ ਹਰ ਇੱਕ ਦਾ ਲਹਿਜਾ ਆਪਣਾ ਆਪਣਾ. ਸੋ ਇਸ ਕਰਕੇ ਉਹ ਕੀ ਕਹਿੰਦਾ ਕਿ ਕਰੈਕਟ ਇੰਗਲਿਸ਼ ਜਿਹੜੀ ਹੈ ਉਹ
नहीं हुंदी. There is no such thing as ideally correct English. Then he gives us the example of British Broadcasting Corporation. Now British Broadcasting Corporation की हैगी है जिन्हों आपां कहने हैं BBC. So BBC जिद्दां मैं तुहानूं दस्सिया सी कि ये बहुत ज़्यादा एक मशहूर कंपनी है, द ब्रिटिश ब्रॉडकास्टिंग कॉरपोरेशन. सो रेडियो स्टेशन हुंदा सी, हुण तां इन्हां दा एक TV चैनल भी है BBC, तुसीं भी सुनदे हो, सो देखदे हो. सो पहलां की सीगा, इट वाज अ रेडियो सर्विस ओनली और बहुत ज़्यादा मशहूर सीगी. और लोकी की कहंदे सीगे कि ये जे भी किसी ने इंग्लिश सीखनी है तो वो बोलनी सीखनी है या वैसे सीखनी है तो वी मस्ट दैट पर्सन मस्ट लिसन टू BBC कि BBC ने खबरां सुनो. क्लियर. सो वो की कहंदा कि एक बारी मैनू ब्रिटिश ब्रॉडकास्टिंग कॉरपोरेशन BBC ने बुलाया सीगा. उन्होंने मैनू एक उन्होंने कमेटी बनाई सीगी जिहड़ी उन्होंने काहदे वास्ते बनाई सी कि क्योंकि BBC नूं की पता सी कि सानू सुन के ही लोग इंग्लिश सीखते हैं. सो इस रेडियो कंपनी नूं की पता सी कि असी बहुत मशहूर हैगे हैं. सो इस करके की चाहते सी कि जिहड़े साडे न्यूज़ रीडर है या साडे जिहड़े कोई अनाउंसरस है उन्हां दी जिहड़ी इंग्लिश हैगी है या इंटरव्यू लैन वाले है उन्हां दी इंग्लिश की होनी चाहिए है, बहुत ही वधिया होनी चाहिए है. इस करके उन्होंने एक कमेटी बनाई सी जिहदे विच कि उन्होंने मन्ने परमन्ने लोकां नूं रखिया. ਉਹ ਕਾਹਦੇ ਵਾਸਤੇ ਸੀ कि साडे ਜਿਹੜੇ इंप्लॉइज़ है, साडे ਜਿਹੜੇ न्यूज़ रीडर्स है, अनाउंसरस है, इंटरव्यूअर्स है, उन्होंने तुसी सही इंग्लिश सिखाओ. सो GB शॉ की कहता है कि मैनू भी एक बारी इसी कमेटी का मैंबर बनाया गया. सो देखो इनू हुण आई विल रीड आउट. ये तुहाडी हैगी है पेज नंबर 57 स्पोकन इंग्लिश एंड ब्रोकन इंग्लिश. पेजिज तुहाडे बुक के मुताबिक इधर उधर हो सकते हैं, बट यू मस्ट come to the first paragraph of spoken English and broken English. So तुहाडी 8वीं 9वीं लाइन है, देखो इत्थों दी. So I am a member of a committee established by the British Broadcasting Corporation for the purpose of deciding how the utterances of speakers employed by the corporation should be pronounced in order that they should be a model of correct speech for the British Islands. So की कहता है कि British Broadcasting Corporation नू अपनी जिम्मेवारी पता सी कि असी ही लोकां नू सही इंग्लिश सिखानी है, सानू सुनदे हैं लोकी. सो इस करके उन्होंने की बनाई सी, they had formed a committee. All the members of that committee are educated persons whose speech would pass as correct and refined in any society or any employment in London. So की कहता है कि naturally जो ब्रिटिश ब्रॉड उस रेडियो कॉरपोरेशन ने, उस रेडियो स्टेशन ने जो कमेटी बनाई तो उन्होंने किन्हां नूं लिया होगा, बहुत ही पढ़े लिखे लोगों जिहड़े कि जिन्होंने अंग्रेजी आती है. सो की कहता है कि उहदे विच जिन्ने भी लोग है वो सारे ही बहुत ही पढ़े लिखे है और खास उन्होंने किहड़ी चीज़ ਨੂੰ ਧਿਆਨ 'ਚ ਰੱਖ ਕੇ ਲਿਆ ਗਿਆ ਕਿ ਇਹਨਾਂ ਦੀ ਇੰਗਲਿਸ਼ ਦੀ ਜਿਹੜੀ ਬੋਲਣ ਦਾ ਢੰਗ ਹੈ ਜਾਂ ਜਿਹੜੀ ਇਹਨਾਂ ਦੀ ਇੰਗਲਿਸ਼ ਸਪੀਚ ਹੈ ਉਹ ਕਿੱਦਾਂ ਦੀ ਹੋਣੀ ਚਾਹੀਦੀ ਹੈ, ਬਿਲਕੁਲ ਸਹੀ ਹੋਣੀ ਚਾਹੀਦੀ ਹੈ ਤੇ ਲੋਕਾਂ ਨੂੰ ਸੁਣ ਕੇ ਵਾਕਈ ਲੱਗੇ ਕਿ ਇਹ ਲੋਕ ਪੜ੍ਹੇ ਲਿਖੇ ਹੈ. ਸੋ ਉਹਨਾਂ ਨੇ ਇੱਕ ਕਮੇਟੀ ਬਣਾਈ ਆਪਣੇ ਇੰਪਲੋਈਜ਼ ਵਾਸਤੇ. ਆਵਰ ਚੇਅਰਮੈਨ ਇਜ਼ ਦਾ ਪੋਇਟ ਲੌਰੀਅਟ. ਸੋ ਇਸ ਕਰਕੇ ਉਹਨਾਂ ਨੇ ਜਿਹੜਾ ਸਭ ਤੋਂ ਵੱਡਾ ਉਹਨਾਂ ਵਿੱਚੋਂ ਦੀ ਚੇਅਰਮੈਨ ਰੱਖਿਆ ਉਹ ਕੌਣ ਹੈਗਾ, ਪੋਇਟ ਲੌਰੀਅਟ. ਪੋਇਟ ਲੌਰੀਅਟ ਕੀ ਹੈਗਾ, ਜਿਹਨੂੰ ਆਪਾਂ ਰਾਜ ਕਵੀ ਕਹਿੰਦੇ ਹਾਂ, तो जिन्हों के स्टेट ने की मनिया होया है कि ये साडा कवि है. सो आवर चेयरमैन इज़ द पोएट लॉरियट हु इज़ नॉट ओनली एन आर्टिस्ट हुज मटीरियल्स आर द साउंड ऑफ इंग्लिश बट अ स्पैशलिस्ट इन देयर प्रोनंसिएशन. सो कहता है कि BBC ने जिहड़ा कमेटी का चेयरमैन रखा सब तो ही तकड़ा व्यक्ति रखा जिहड़ा कि एक कलाकार है, जिहड़ा कि मनिया होया है कि ये उच्चारण का प्रोनंसिएशन का मतलब की हुंदा है, उच्चारण किसी चीज़ नू बोलना. सो कहते कि वह माहिर है जिहड़ा साडा चेयरमैन है, जिहड़ा उस कमेटी का चेयरमैन है. सो BBC ने बहुत सोच समझ के माहिर व्यक्तियों नू चुनिया. नैक्सट देखो, वन ऑफ आवर मैंबर्स इज सर जॉनसन फोर्ब्स रॉबर्टसन, फेमस नॉट ओनली एज एन एक्टर बट फॉर द ब्यूटी ऑफ स्पीच. सो कहता एक होर मैंबर है जिहड़ा नाम की है, सर जॉनसन फोर्ब्स रॉबर्टसन.
ਜਿਹੜਾ ਕਿ ਇੱਕ ਐਕਟਰ ਵੀ ਹੈ ਔਰ ਇਸ ਕਰਕੇ ਵੀ ਮੰਨਿਆ ਹੋਇਆ ਹੈ ਕਿ ਉਹ ਕੀ ਹੈ, ਸਭ ਨੂੰ ਪਤਾ ਹੈ ਕਿ ਉਹ ਬਹੁਤ ਹੀ ਵਧੀਆ ਬੋਲਦਾ ਹੈ, ਵਧੀਆ ਇੰਗਲਿਸ਼ ਬੋਲਦਾ ਹੈ, ਇਸ ਕਰਕੇ BBC ਨੇ ਉਹਨੂੰ ਰੱਖਿਆ। I was selected for service on the committee because as a writer of plays, I am accustomed to superintend their rehearsal and to listen critically to the way in which they are spoken by actors who are by profession trained speakers, being myself a public speaker of long experience. So ਇਸੇ ਤਰ੍ਹਾਂ ਨਾਲ ਫਿਰ ਆਪਣੀ ਐਗਜ਼ਾਮਪਲ ਦਿੰਦਾ ਹੈ ਕਿ ਮੈਨੂੰ BBC ਨੇ ਕਿਉਂ ਰੱਖਿਆ, ਕਿਉਂਕਿ BBC ਨੂੰ ਕੀ ਲੱਗਦਾ ਸੀਗਾ ਕਿ ਮੈਂ ਕੀ ਹੈਗਾ, ਮੈਂ ਪਲੇਜ਼ ਲਿਖਦਾ ਹਾਂ, मैं ड्रामे लिखदा है, और सिर्फ लिखता ही नहीं है बल्कि मैं आई एम अकस्टम्ड टू मीनस यूज्ड टू, कि मैं होर की करदा, मैं ईवन प्लेज लिखदा भी हाँ, तो जो स्टेज ते खेडे जाने होंदे तो मैं की करदा, मैं उन्हां दी जिहड़ी रिहर्सल है वो अपनी निगरानी दे विच एक्टर्स तो डायलॉग्स बुलवाना है। ठीक है, सो आई एम अकस्टम टू सुपरिटेंड द रिहर्सल, कि ਜਿਹੜੇ ਮੇਰੇ ਡਰਾਮੇ ਹੁੰਦੇ ਆ ਉਹਨਾਂ ਦੀ ਜਿਹੜੀ ਰਿਹਰਸਲ ਹੈ ਉਹ ਵੀ ਮੇਰੀ ਨਿਗਰਾਨੀ ਦੇ ਵਿੱਚ ਹੀ ਹੁੰਦੀ ਹੈ, ਤੇ ਮੈਂ ਫਿਰ ਬਹੁਤ ਧਿਆਨ ਦੇ ਨਾਲ ਐਕਟਰਸ ਨੂੰ ਸੁਣਦਾ ਹੈ ਤੇ ਉਹਨਾਂ ਨੂੰ ਦੱਸਦਾ ਹੈਗਾ। ਉਹ ਵਾਲੇ ਐਕਟਰਸ ਨੂੰ ਜਿਹੜੇ ਕਿ ਪਹਿਲਾਂ ਤੋਂ ਹੀ ਆਪਣੇ ਫੀਲਡ ਦੇ ਵਿੱਚ ਬਹੁਤ ਮਾਹਿਰ ਹੈ, ਉਹਨਾਂ ਨੂੰ ਮੈਂ ਦੇਖਦਾ ਵੀ ਇਹ ਠੀਕ ਬੋਲਦੇ ਆ ਕਿ ਨਹੀਂ ਬੋਲਦੇ, ਕਿਉਂਕਿ ਮੇਰਾ ਪਬਲਿਕ ਸਪੀਕਿੰਗ ਦਾ ਬਹੁਤ ਲੰਬਾ ਤਜਰਬਾ ਹੈ। ਸੋ ਕਹਿੰਦਾ ਮੈਨੂੰ ਇਸ ਕਰਕੇ ਚੁਣਿਆ ਗਿਆ। That committee knows as much as anyone knows about English speech, and yet its members do not agree as to the pronunciation of some of the simplest and commonest words of the English language. So ਕੀ ਕਹਿੰਦਾ ਕਿ ਹੁਣ ਉਹਨੇ ਤੁਹਾਨੂੰ ਐਗਜ਼ਾਮਪਲਸ ਦਿੱਤੀਆਂ ਹੈ ਕਿ ਉਸ ਜਿਹੜੀ ਕਮੇਟੀ ਹੈ ਉਹਦੇ ਵਿੱਚ ਕਿੰਨੇ ਮਾਹਿਰ ਲੋਕਾਂ ਨੂੰ BBC ਨੇ ਰੱਖਿਆ ਹੈ, ਪਰ ਕਹਿੰਦਾ ਕਿ ਹੈਰਾਨੀ ਦੀ ਗੱਲ ਕੀ ਹੈ ਕਿ ਜਿਹੜੇ ਸਿੰਪਲੈਸਟ, ਜਿਹੜੇ ਛੋਟੇ ਤੋਂ ਛੋਟੇ ਵਰਡਸ ਹੈ ਜਾਂ ਜਿਹੜੇ ਸਭ ਤੋਂ ਜ਼ਿਆਦਾ ਇੰਗਲਿਸ਼ ਭਾਸ਼ਾ ਦੇ ਵਿੱਚ ਯੂਜ਼ ਹੁੰਦੇ ਆ, ਇਹ ਲੋਕ ਉਹ ਜਦੋਂ ਉਹਦੇ ਬਾਰੇ ਡਿਸਕਸ ਕਰਦੀ ਹੈ ਕਮੇਟੀ ਤਾਂ ਉਹਨਾਂ ਦੀ ਸਭ ਦੀ ਆਪਣੀ ਆਪਣੀ ਰਾਏ ਹੁੰਦੀ ਹੈ। ਛੋਟੇ ਤੋਂ ਛੋਟੇ ਵਰਡਸ ਤੇ ਜਿਹੜੇ ਸਭ ਤੋਂ ਜ਼ਿਆਦਾ ਯੂਜ਼ ਕੀਤੇ ਜਾਣ ਵਾਲੇ ਵਰਡਸ ਹੈ ਉਹਨਾਂ ਤੇ ਵੀ ਇਸ ਕਮੇਟੀ ਦੇ ਮਤਭੇਦ ਹੋ ਜਾਂਦੇ ਆ। ਮਤਲਬ ਉਹ ਸਾਰੇ ਮੈਂਬਰ ਆਪਣੀ ਤਰ੍ਹਾਂ ਦੇ ਨਾਲ ਉਹ ਛੋਟੇ ਤੋਂ ਛੋਟਾ ਤੇ ਸਿੰਪਲ ਤੋਂ ਸਿੰਪਲ ਵਰਡ ਨੂੰ ਦਾ ਉਚਾਰਨ ਕਰਦੇ ਆ। ਹੁਣ ਨੈਚੁਰਲੀ ਇਫ ਆਈ ਟੈਲ ਯੂ ਕਿ ਯੂ ਮਸਟ ਸਪੀਕ ਕਰੈਕਟ ਇੰਗਲਿਸ਼, ਦੈਨ ਯੂ ਵਿਲ ਆਸਕ ਮੀ ਵਿਚ ਮੋਡਲ ਵੀ ਸ਼ੁੱਡ ਫੋਲੋ, ਕਿ ਤੁਸੀਂ ਕੀ ਕਹੋਗੇ ਕਿ ਮੈਡਮ ਫਿਰ ਬੋਲ ਕੇ ਦਿਖਾਓ ਜਾਂ ਸਾਡੇ ਸਾਹਮਣੇ ਕੋਈ ਲੈ ਕੇ ਆਓ ਮਾਡਲ ਜਿਹੜਾ ਕਿ ਕਰੈਕਟ ਇੰਗਲਿਸ਼ ਬੋਲਦਾ ਹੋਵੇ, ਤਾਂ ਫਿਰ ਅਸੀਂ ਵੀ ਉਹਨੂੰ ਸੁਣ ਕੇ ਵੀ ਵਿਲ ਆਲਸੋ ਟਰਾਈ ਟੂ ਸਪੀਕ ਲਾਈਕ ਦੈਟ ਪਰਸਨ। ਹੁਣ ਮੈਂ ਸਪੋਜ਼ ਇਹ ਹੁਣ BBC ਨੇ ਇਹੀ ਕੀਤਾ ਸੀ, ਮੈਂ ਹੁਣ ਸਪੋਜ਼ 6-7 ਲੋਕਾਂ ਨੂੰ ਲੈ ਆਉਂਦੀ ਹਾਂ ਜਿਹੜੇ ਕਿ ਬਹੁਤ ਵਧੀਆ ਮੰਨਣ ਵਾਲੇ ਹੈ, ਕਿ ਵਧੀਆ ਮੰਨੇ ਹੋਏ ਆ ਕਿ these people speak very good English, ਸੋ ਮੈਂ ਤੁਹਾਡੇ ਸਾਹਮਣੇ ਲਿਆ ਕੇ ਖੜੇ ਕਰ ਦਿੰਦੀ ਹਾਂ ਔਰ ਮੈਂ ਕੀ ਕਹਿੰਦੀ ਹਾਂ ਵੀ ਇਹਨਾਂ ਤੋਂ ਸਿੱਖੋ। ਹੁਣ ਜਦੋਂ ਉਹ ਬੋਲਣਾ ਸ਼ੁਰੂ ਕਰਦੇ ਆ ਤਾਂ ਉਹਨਾਂ ਦੇ ਆਪਣਾ ਉਚਾਰਨ ਹੀ ਕੀ ਹੈਗਾ, ਸਭ ਦਾ ਅਲੱਗ-ਅਲੱਗ ਹੈ, ਐਂਡ ਦੈਨ ਯੂ ਵਿਲ ਗੈਟ ਕਨਫਿਊਜ਼ਡ। ਸੋ ਤੁਸੀਂ ਕੀ ਪੁੱਛੋਗੇ ਕਿ ਵਿਚ ਪਰਸਨ ਵੀ ਸ਼ੁੱਡ ਟਰਾਈ ਟੂ ਫੋਲੋ, ਕਿ ਇਹਨਾਂ ਚੋਂ ਹੁਣ ਤੁਸੀਂ ਦੱਸੋ ਵੀ 7 ਜਣੇ ਖੜੇ ਹੈ, 7 ਜਣੇ ਹੀ ਅਲੱਗ-ਅਲੱਗ ਤਰ੍ਹਾਂ ਦਾ ਉਚਾਰਨ ਕਰ ਰਹੇ ਹੈ। ਫਿਰ ਦੈਨ ਯੂ ਵਿਲ ਅਗੇਨ ਆਸਕ ਵਿਚ ਪਰਸਨ ਵੀ ਸ਼ੁੱਡ ਫੋਲੋ, ਵਿਚ ਪਰਸਨ ਵੀ ਸ਼ੁੱਡ ਟਰਾਈ ਟੂ ਇਮੀਟੇਟ ਔਰ ਕਾਪੀ। ਸੋ ਇਹਦਾ ਮਤਲਬ ਉਹ ਕਹਿਣਾ ਕੀ ਚਾਹੁੰਦਾ ਹੈ ਕਿ ਉਹ 7 ਦੇ 7 ਹੀ ਜਿਹੜੇ ਮੈਂਬਰਸ ਖੜੇ ਹੈ ਉਹ ਕੀ ਹੈਗੇ, ਉਹ ਸਹੀ ਬੋਲਦੇ ਆ ਪਰ ਸਾਰੇ ਅਲੱਗ-ਅਲੱਗ ਬੋਲਦੇ ਆ। ਇਹਦਾ ਮਤਲਬ ਉਹ ਕਹਿਣਾ ਆਪਣਾ ਪੁਆਇੰਟ ਉਹ ਕੀ ਪ੍ਰੂਵ ਕਰਨਾ ਚਾਹੁੰਦਾ ਹੈ, ਦੈਟ ਦੇਅਰ ਇਜ਼ ਕੋਈ ਇੱਦਾਂ ਦੀ ਚੀਜ਼ ਹੀ ਨਹੀਂ ਹੈ ਜਿਹਨੂੰ ਆਪਾਂ ਕੀ ਕਹੀਏ ਕਿ ਕਰੈਕਟ ਇੰਗਲਿਸ਼, ਕਿਉਂਕਿ ਹਰ ਇੱਕ ਦਾ ਵਿੱਚ ਉਚਾਰਨ ਜਿਹੜਾ ਉਹ ਫਰਕ ਹੋ ਜਾਂਦਾ ਹੈ। ਹੁਣ ਦੇਖੋ ਫਿਰ ਅੱਗੇ ਉਹ ਕੀ ਕਹੇਗਾ ਕਿ the two simplest and commonest words in any language are yes and no. ਸੋ ਇਹਨੂੰ ਹੁਣ ਧਿਆਨ ਨਾਲ ਦੇਖੋ ਕਿ ਸਭ ਤੋਂ ਜ਼ਿਆਦਾ ਜਿਹੜਾ ਸਿੰਪਲ ਵਰਡ ਹੈ ਕਿਸੇ ਵੀ ਲੈਂਗੁਏਜ ਦੇ ਵਿੱਚ, 2 ਵਰਡਸ ਹੈ ਜਿਹੜੇ ਕਿ ਸਭ ਤੋਂ ਜ਼ਿਆਦਾ ਯੂਜ਼ ਹੁੰਦੇ ਆ ਤੇ ਸਭ ਤੋਂ ਜ਼ਿਆਦਾ ਸਿੰਪਲ ਹੁੰਦੇ ਆ, ਹਰ ਲੈਂਗੁਏਜ ਦੇ ਵਿੱਚ ਉਹ ਸਭ ਤੋਂ ਬੋਲਣੇ ਸੌਖੇ ਹੁੰਦੇ ਆ, ਉਹ ਕਿਹੜੇ ਹੈਗੇ, yes and no. But no two members of the committee pronounce them exactly alike. Alike means in the same way. ਔਰ ਹੈਰਾਨੀ ਦੀ ਗੱਲ ਕੀ ਹੈ ਕਿ BBC ਨੇ ਜਿਹੜੀ ਕਮੇਟੀ ਬਣਾਈ ਹੈ ਉਹ ਯੈਸ ਐਂਡ ਨੋ ਦੇ ਵਿੱਚ ਹੀ ਉਹਨਾਂ ਦਾ ਝਗੜਾ ਹੋ ਜਾਂਦਾ ਆਪਸ ਦੇ ਵਿੱਚ। ਸੋ ਨੈਚੁਰਲੀ ਤੁਸੀਂ ਕੀ ਕਹੋਗੇ ਕਿ ਫਿਰ ਇਹਨਾਂ 'ਚੋਂ ਅਸੀਂ ਕਿਹਦੇ ਵਾਂਗਰ ਯੈਸ ਐਂਡ ਨੋ ਬੋਲੀਏ। ਸੋ ਉਹਨੇ ਇੱਕ ਆਪਣਾ ਪੁਆਇੰਟ ਪ੍ਰੂਵ ਕੀਤਾ ਔਰ ਉਹ ਕੀ ਹੈਗਾ ਕਿ ਤੁਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਬਿਲਕੁਲ ਸਹੀ ਇੰਗਲਿਸ਼ ਬੋਲਦਾ ਹੈ, ਕਿਉਂਕਿ ਹਰ ਇੱਕ ਦਾ ਉਚਾਰਨ ਜਿਹੜਾ ਫਰਕ ਹੈ। ਸੋ ਦੇਅਰ ਇਜ਼ ਨੋ ਸੱਚ ਥਿੰਗ ਐਜ਼ ਕਰੈਕਟ ਇੰਗਲਿਸ਼।
but no two members of the committee pronounce them exactly alike. All that can be said is that every member pronounces them in such a way that they would not only be intelligible in every English-speaking country, but would stamp the speaker as a cultivated person, as distinguished from an ignorant and illiterate one. So ਫਿਰ ਉਹ ਕੀ ਕਹਿੰਦਾ ਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਇਹਨਾਂ ਚੋਂ ਕੋਈ ਕਰੈਕਟ ਬੋਲ ਰਿਹਾ, ਕਿਉਂਕਿ ਕਰੈਕਟ ਫਿਰ ਪਤਾ ਤਾਂ ਲੱਗੇ ਕਿ 7-8 ਚੋਂ ਕਿਹੜਾ ਕਰੈਕਟ ਹੈਗਾ। ਸੋ ਕਹਿੰਦਾ ਬਸ ਇੱਕ ਚੀਜ਼ ਆਪਾਂ ਉਹਨਾਂ ਨੂੰ ਸੁਣ ਕੇ ਇੱਕ ਨਤੀਜੇ ਤੇ ਪਹੁੰਚ ਸਕਦੇ ਹਾਂ, ਉਹਨਾਂ ਨੂੰ 7-8 ਨੂੰ ਸੁਣ ਕੇ, ਕਿ ਇੱਕ ਤਾਂ ਪਹਿਲੀ ਗੱਲ ਤਾਂ ਕੀ ਹੈ ਕਿ ਜਿਹੜੀ ਉਹ ਇੰਗਲਿਸ਼ ਬੋਲਦੇ ਉਹ ਸਮਝ ਆਉਂਦੀ ਹੈ। ਇੰਟੈਲੀਜੀਬਲ ਮਤਲਬ ਦਾ ਮਤਲਬ ਕੀ ਹੁੰਦਾ, ਦੈਟ ਕੈਨ ਬੀ ਅੰਡਰਸਟੂਡ। ਸੋ ਕਹਿੰਦਾ ਉਹ ਜਦੋਂ ਵੀ ਉਹ ਬੋਲਦੇ ਆ 8 ਜਣੇ, ਤਾਂ ਅਸੀਂ ਸਿਰਫ ਇੱਕ ਨਤੀਜੇ ਤੇ ਪਹੁੰਚ ਸਕਦੇ ਹਾਂ ਕਿ ਫਸਟ ਦੈਟ what they speak can be understood by all, and secondly ਉਹ ਕੀ ਕਹਿੰਦਾ ਕਿ ਜਦੋਂ ਬੋਲਦੇ ਹੈ ਤਾਂ ਕੀ ਲੱਗਦਾ ਹੈ ਬਈ ਕੋਈ ਪੜ੍ਹੇ ਲਿਖੇ ਤੇ ਕੋਈ ਕਲਚਰਡ, ਕੋਈ ਸਿਵਲਾਈਜ਼ਡ, ਕੋਈ ਸੱਭਿਆ ਲੋਕ ਬੋਲ ਰਹੇ ਹੈ। ਮਤਲਬ ਉਹਨਾਂ ਦੀ ਇੰਗਲਿਸ਼ ਇੱਦਾਂ ਦੀ ਹੁੰਦੀ ਹੈ ਕਿ ਸੁਣ ਕੇ ਇੱਦਾਂ ਲੱਗਦਾ ਕਿ ਇਹ ਕੋਈ ਪੜ੍ਹਿਆ ਲਿਖਿਆ ਤੇ ਸੱਭਿਆ ਹੈਗਾ ਵਿਅਕਤੀ, ਤੇ ਇਹ ਕੀ ਨਹੀਂ ਹੈਗਾ, ਹੀ ਇਜ਼ ਨਾਟ ਇਗਨੋਰੈਂਟ ਐਂਡ ਇਲਿਟਰੇਟ। ਇਗਨੋਰੈਂਟ ਕੌਣ ਹੁੰਦਾ ਹੈ? ਅਗਿਆਨੀ। ਤੇ ਇਲਿਟਰੇਟ ਕੌਣ ਹੁੰਦਾ ਹੈ? ਅਨਪੜ੍ਹ। ਕਿ ਜਦੋਂ ਬੋਲਦੇ ਸੁਣ ਕੇ ਮਜ਼ਾ ਆ ਜਾਂਦਾ, ਔਰ ਮਤਲਬ ਇਹ ਸਮਝ ਆ ਜਾਂਦੀ ਹੈ ਕਿ ਇਹ ਵਿਅਕਤੀ ਕੀ ਹੈਗਾ, ਇਹ ਪੜ੍ਹਿਆ ਲਿਖਿਆ ਹੈ ਤੇ ਇਹ ਵਧੀਆ ਇੱਕ ਸੁਸਾਇਟੀ ਦੇ ਵਿੱਚ ਇੱਕ ਆਪਣਾ ਉਹਦਾ ਸਥਾਨ ਹੈਗਾ, ਤੇ ਇੱਜ਼ਤਦਾਰ ਜਾਂ ਮਤਲਬ ਉਹ ਇੱਕ ਕਲਚਰਡ ਵਿਅਕਤੀ ਹੈਗਾ, ਇੱਕ ਸੱਭਿਆ ਵਿਅਕਤੀ ਹੈਗਾ। ਸੋ ਕਹਿੰਦਾ ਬਸ ਇੰਨੀ ਸਮਝ ਜ਼ਰੂਰ ਆ ਜਾਂਦੀ ਹੈ ਉਹ 7-8 ਨੂੰ ਦੇਖ ਕੇ। ਕਿ ਮਤਲਬ ਕਹਿਣ ਦਾ ਉਹਦਾ ਮਤਲਬ ਕੀ ਹੈ ਕਿ ਤੁਸੀਂ ਇੱਦਾਂ ਦੀ ਇੰਗਲਿਸ਼ ਤਾਂ ਸਿੱਖ ਸਕਦੇ ਹੋ ਕਿ ਜਿਹਦੇ ਨਾਲ ਕਿ ਤੁਸੀਂ ਲੋਕਾਂ ਦੇ ਵਿੱਚ ਕੀ ਪਛਾਣੇ ਜਾਓ ਵੀ ਇਹ ਵਧੀਆ ਵਿਅਕਤੀ ਹੈ, ਪੜ੍ਹਿਆ ਲਿਖਿਆ ਹੈ, ਇਹਦੀ ਕੋਈ ਸਮਾਜ ਦੇ ਵਿੱਚ ਕੋਈ ਜਗ੍ਹਾ ਹੈਗੀ ਹੈ, ਵਧੀਆ ਨੌਕਰੀ 'ਤੇ ਲੱਗਾ ਹੋਇਆ ਹੈ। ਪਰ ਕਿਸੇ ਨੂੰ ਦੇਖ ਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਰੈਕਟ ਇੰਗਲਿਸ਼ ਬੋਲਦਾ ਹੈ, ਕਿਉਂਕਿ ਕੀ ਹੈਗਾ, ਹਰ ਇੱਕ ਦਾ ਆਪਣਾ ਆਪਣਾ ਤਰੀਕਾ। ਸੋ ਆਈ ਵਿਲ ਜਸਟ ਗਿਵ ਯੂ ਐਨ ਐਗਜ਼ਾਮਪਲ ਥੋੜ੍ਹਾ ਜਿਹਾ। ਦੇਖੋ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਹੈਲੋ ਹੈ, ਹੁਣ ਜਦੋਂ ਤੁਸੀਂ ਫੋਨ ਦੇ ਉੱਪਰ ਕੋਈ ਤੁਹਾਨੂੰ ਅੱਗੇ ਹੁੰਦੀ ਹੈਲੋ ਕਹਿੰਦਾ, ਸੋ ਹਰ ਇੱਕ ਦਾ ਤੁਸੀਂ ਦੇਖੋਗੇ ਕਿ ਹਰ ਇੱਕ ਦਾ ਬੋਲਣ ਦਾ ਢੰਗ ਉਹਨੂੰ ਅਲੱਗ-ਅਲੱਗ ਹੈ। ਕੋਈ ਸ਼ੁਰੂ 'ਚ ਹੈਲੋ ਹੈਲੋ ਹੈਲੋ, ਸੋ ਇਸ ਤਰ੍ਹਾਂ ਲੋਕ ਬੋਲਦੇ। ਸੋ ਹੁਣ ਤੁਸੀਂ ਕਿਹਨੂੰ ਕਹੋਗੇ ਕਿ ਇਹ ਬਿਲਕੁਲ ਸਹੀ ਉਚਾਰਨ ਹੈ? ਸਿਰਫ ਤੁਸੀਂ ਕੀ ਦੇਖ ਸਕਦੇ ਹੋ, ਇਹ ਤੁਸੀਂ ਹੁਣ ਦੇਖੋ ਧਿਆਨ ਦੇ ਨਾਲ ਕਿ ਜਦੋਂ ਕੋਈ ਤੁਸੀਂ ਕਿਸੇ ਨੂੰ ਫੋਨ ਕਰਦੇ ਹੋ, ਅੱਗਿਓਂ ਵਿਅਕਤੀ ਹੈਲੋ ਕਹਿੰਦਾ ਹੈ, ਉਹਦੇ ਨਾਲ ਤੁਸੀਂ ਹੁਣ ਇਹ ਤਾਂ ਨਹੀਂ ਦੱਸ ਸਕਦੇ ਕਿ ਕਿਹੜੀ ਹੈਲੋ ਸਹੀ ਹੈ। ਆਈ ਐਮ ਜਸਟ ਗਿਵਿੰਗ ਯੂ ਐਨ ਐਗਜ਼ਾਮਪਲ। ਸਿਰਫ ਤੁਸੀਂ ਕੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਵਿਅਕਤੀ ਪੜ੍ਹਿਆ ਲਿਖਿਆ ਲੱਗਦਾ, ਇੱਦਾਂ ਲੱਗਦਾ ਕਿ ਇਹ ਸੱਭਿਆ ਹੈਗਾ। ਅਤੇ ਇੱਕ ਹੁੰਦਾ ਜਦੋਂ ਤੁਸੀਂ ਫੋਨ 'ਚ ਕਰਦੇ ਹੋ ਕਿਸੇ ਨੂੰ, ਜਾਂ ਕੋਈ ਤੁਹਾਨੂੰ ਕਰਦਾ ਅੱਗੇ ਹੈਲੋ ਹੈਲੋ, ਉਹ ਤੁਹਾਨੂੰ ਇੱਕਦਮ ਕੀ ਸਮਝ ਆ ਜਾਂਦੀ ਹੈ ਕਿ ਇਹ ਅਨਪੜ੍ਹ ਵਿਅਕਤੀ ਹੈ। ਮਤਲਬ ਕਿ ਤੁਸੀਂ ਹੁਣ ਹੈਲੋ ਕਿੰਨੇ ਹੀ ਲੋਕਾਂ ਨੇ ਬੋਲੀ, ਤੁਸੀਂ ਇਹ ਤਾਂ ਨਹੀਂ ਦੱਸ ਸਕਦੇ ਕਿ ਕਿਹੜਾ ਬਿਲਕੁਲ ਸਹੀ ਹੈਲੋ ਦਾ ਤਰੀਕਾ ਹੈਗਾ, ਪਰ ਤੁਸੀਂ ਐਟਲੀਸਟ ਸੁਣ ਕੇ ਇਹ ਜ਼ਰੂਰ ਦੱਸ ਸਕਦੇ ਹੋ ਕਿ ਇਹ ਵਿਅਕਤੀ ਪੜ੍ਹਿਆ ਲਿਖਿਆ ਹੈ ਜਾਂ ਇਹ ਵਿਅਕਤੀ ਅਨਪੜ੍ਹ ਹੈ। ਸੋ ਆਪਾਂ ਜਦੋਂ ਇੰਗਲਿਸ਼ ਸਿੱਖਣੀ ਹੈ ਤਾਂ ਕੀ ਕਹਿੰਦਾ ਕਿ ਕਰੈਕਟ ਇੰਗਲਿਸ਼ ਦੇ ਮਗਰ ਨਾ ਦੌੜੋ, ਕਿੱਦਾਂ ਦੀ ਇੰਗਲਿਸ਼ ਸਿੱਖਣ ਦੀ ਕੋਸ਼ਿਸ਼ ਕਰੋ ਜਿਹੜੀ ਕਿ ਜਦੋਂ ਤੁਸੀਂ ਬੋਲੋ ਤਾਂ ਅਗਲਾ ਇੰਪ੍ਰੈਸ ਹੋ ਜਾਵੇ, ਉਹਨੂੰ ਕੀ ਲੱਗੇ ਕਿ ਇਹ ਵਿਅਕਤੀ ਪੜ੍ਹਿਆ ਲਿਖਿਆ ਹੈ, ਸੱਭਿਆ ਹੈਗਾ, ਇਹਦਾ ਕੋਈ ਸਮਾਜ ਦੇ ਵਿੱਚ ਪੋਜੀਸ਼ਨ ਹੈ। ਸੋ ਹੁਣ ਤੁਸੀਂ ਇਹਨੂੰ ਦੇਖੋ ਧਿਆਨ ਦੇ ਨਾਲ ਕਿ ਕਰੈਕਟ ਇੰਗਲਿਸ਼ ਇਜ਼ ਨਾਟ ਦੇਅਰ ਬਟ ਗੁੱਡ ਇੰਗਲਿਸ਼ ਯੂ ਮੇ ਲਰਨ। ਇਹ ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਕਿ ਕਰੈਕਟ ਇੰਗਲਿਸ਼ ਦੇ ਮਗਰ ਨਾ ਦੌੜੋ, ਕਿਉਂਕਿ ਹਰ ਇੱਕ ਦਾ ਲਹਿਜਾ ਫਰਕ ਹੈ। ਤੁਸੀਂ ਕਿਹਦੀ ਕਾਪੀ ਕਰ